ਅੱਜ ਆਪਾਂ ਜਿਹੜਾ ਟੌਪਿਕ ਪੜਾਂਗੇ ਉਹਦਾ ਨਾਮ ਆ ਪਾਪੂਲੇਸ਼ਨ ਪਲੈਨਿੰਗ। ਆ 2022 ਚ ਵੀ ਆ ਚੁੱਕਿਆ ਹੋਇਆ ਵਾ। ਯੂਐਨ ਰਿਪੋਰਟ ਦੇ ਮੁਤਾਬਕ ਤਕਰੀਬਨ 7.3 ਬਿਲੀਅਨ ਪਰਸਨ ਜੋ ਕਿ ਕੁਰਾ ਅਰਜ਼ ਤੇ ਮੌਜੂਦ ਆ ਤੇ ਇਹ ਤਦਾਦ 8.5 ਬਿਲੀਅਨ ਤੱਕ ਹੋ ਜਾਏਗੀ 2030 ਤੱਕ ਤੇ 2050 ਤੱਕ ਇਹਦੀ ਤਦਾਦ 9.7 ਬਿਲੀਅਨ ਤੱਕ ਹੋਣ ਦੀ ਤਵੱਕਾ ਹੈ। ਯਾਨੀ ਇਨਸਾਨਾਂ ਦੀ ਤਦਾਦ ਵਕਤ ਦੇ ਨਾਲ ਨਾਲ ਵਧੀ ਜਾ ਰਹੀ, ਲੇਕਿਨ ਰਿਸੋਰਸਿਸ ਦੀ ਤਦਾਦ ਆਸਤਾ ਆਸਤਾ ਘਟੀ ਜਾਏਗੀ, ਜਿਹਦੀ ਵਜ੍ਹਾ ਤੋਂ ਇੱਕ ਇਨਵਰਸ ਰਿਲੇਸ਼ਨ ਆਊਗਾ। ਇਸ ਇਨਵਰਸ ਰਿਲੇਸ਼ਨ ਦੀ ਵਜ੍ਹਾ ਤੋਂ ਫੂਡ ਦੀ ਇਨਸਿਕਿਉਰਿਟੀ ਹੋਣ ਦਾ ਖਦਸ਼ਾ ਵਾ। ਆਪਾਂ ਅਗਰ ਪਾਕਿਸਤਾਨ ਨੂੰ ਦੇਖ ਲਈਏ ਤਾਂ ਪਾਕਿਸਤਾਨ ਦੇ ਅੰਦਰ ਵੀ ਗਰੋਥ ਰੇਟ ਤਕਰੀਬਨ 2% ਆ ਤੇ ਪਾਕਿਸਤਾਨ ਵੀ ਦੁਨੀਆ ਦੇ ਪਹਿਲੇ 5 ਮੁਲਕਾਂ ਵਿੱਚ ਸ਼ੁਮਾਰ ਹੋ ਰਿਹਾ ਹੈ ਜਿਹੜਿਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਤੇ ਪਾਕਿਸਤਾਨ ਦੀ ਆਬਾਦੀ ਵੀ ਬਹੁਤ ਜ਼ਿਆਦਾ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਆ, ਜਿਹਦੀ ਵਜ੍ਹਾ ਤੋਂ ਲਿਵਿੰਗ ਸਟੈਂਡਰਡ 'ਚ ਤਬਦੀਲੀ ਆ ਰਹੀ ਆ ਤੇ ਲੋਕ ਗੁਰਬਤ ਦੀ ਲਕੀਰ ਤੋਂ ਵੀ ਥੱਲੇ ਜਾਈ ਜਾ ਰਹੇ ਆ। ਹੁਣ ਆਪਾਂ ਪੜਾਂਗੇ ਕਿ ਪਾਪੂਲੇਸ਼ਨ ਪਲੈਨਿੰਗ ਕੀ ਆ। ਪਾਪੂਲੇਸ਼ਨ ਪਲੈਨਿੰਗ ਇਹ ਆ ਉਹ ਤਮਾਮ ਤੁਸੀਂ ਐਕਟੀਵਿਟੀ ਪਰਫਾਰਮ ਕਰਨੀਆਂ ਵਾ ਜਿਹਦੀ ਵਜ੍ਹਾ ਤੋਂ ਇਨਸਾਨ ਦਾ ਲਿਵਿੰਗ ਸਟੈਂਡਰਡ ਬਿਹਤਰ ਤੋਂ ਬਿਹਤਰ ਬਣਾਇਆ ਜਾ ਸਕਦਾ ਵਾ। ਤੇ ਉਹਦੀ ਵਜ੍ਹਾ ਇੱਕ ਮੇਨ ਜੋ ਵਜ੍ਹਾ ਹੈ ਕਿ ਜਾਂ ਤਾਂ ਤੁਸੀਂ ਆਪਣੇ ਰਿਸੋਰਸਿਸ ਨੂੰ ਵਧਾ ਲਓ ਜਿਹੜਾ ਕਿ ਮੁਮਕਿਨ ਨਹੀਂ, ਤੇ ਦੂਸਰੀ ਵਜ੍ਹਾ ਤੁਸੀਂ ਆਪਣੀ ਆਬਾਦੀ ਨੂੰ ਮੈਨੇਜ ਕਰੋ ਤੇ ਕੰਟਰੋਲ ਕਰੋ। ਅਗਰ ਤੁਸੀਂ ਆਪਣੀ ਆਬਾਦੀ ਨੂੰ ਮੈਨੇਜ ਕਰ ਲੋਗੇ, ਕੰਟਰੋਲ ਕਰ ਲੋਗੇ ਤੇ ਉਹਦੀ ਵਜ੍ਹਾ ਤੋਂ ਤੁਹਾਨੂੰ ਹੈਲਥ ਦੇ ਰਿਸਕ ਵੀ ਘਟ ਜਾਣਗੇ ਤੇ ਉਹਦੀ ਵਜ੍ਹਾ ਤੋਂ ਮੋਰੈਲਿਟੀ ਫਰਟਾਇਲਿਟੀ ਰੇਟ ਜਿਹੜਾ ਹੈਗਾ ਵਾ ਉਹ ਵੀ ਇਨਫੈਂਟ ਦਾ ਯਾਨੀ ਬੱਚਿਆਂ ਦਾ ਜਿਹੜਾ ਮੋਰੈਲਿਟੀ ਰੇਟ ਆ ਉਹ ਵੀ ਵੱਧ ਜਾਏਗਾ। ਯਾਨੀ ਬੱਚੇ ਛੋਟੀ ਉਮਰ ਦੇ ਵਿੱਚ ਨਹੀਂ ਮਰਨਗੇ, ਹੈਲਥ ਦੀ ਉਹਨਾਂ ਨੂੰ ਸਹੀ ਸਹੂਲੀਅਤ ਮਿਲਣਗੀਆਂ। ਇਹਦੀ ਵਜ੍ਹਾ ਤੋਂ ਆਪਾਂ ਪੋਵਰਟੀ ਤੇ ਕਾਬੂ ਪਾ ਸਕਦੇ ਹਾਂ, ਕਿਉਂਕਿ ਜਿੰਨੇ ਘੱਟ ਬੱਚੇ ਹੋਵਾਂਗੇ ਉਨੀ ਆਪਾਂ ਉਹਨਾਂ ਦੀ ਬਿਹਤਰੀਨ ਪਰਵਰਿਸ਼ ਕਰ ਸਕਦੇ ਹਾਂ ਤੇ ਉਹਨਾਂ ਨੂੰ ਐਜੂਕੇਸ਼ਨ ਫਰਾਹਮ ਕਰਕੇ ਤੇ ਅੱਛੇ ਲਿਵਿੰਗ ਸਟੈਂਡਰਡ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਲਈ ਆਪਾਂ ਤਿਆਰ ਕਰ ਸਕਦੇ ਹਾਂ। ਕਿਉਂਕਿ ਆਪਾਂ ਕੋਈ ਵੀ ਖਾਨਦਾਨ ਐਸਾ ਨਹੀਂ ਦੇਖਿਆ ਕਿ ਜਿਨ੍ਹਾਂ ਦੇ ਬੱਚੇ ਜ਼ਿਆਦਾ ਹੋਣ ਤੇ ਉਹ ਸਾਰੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਦਵਾ ਸਕਣ, ਕਿਉਂਕਿ ਉਹਨਾਂ ਦੇ ਮਾਲੀ ਹਾਲਾਤ ਇੰਨੇ ਨਹੀਂ ਹੁੰਦੇ, ਜਿਹਦੀ ਵਜ੍ਹਾ ਤੋਂ ਕੁਝ ਬੱਚੇ ਜਾਂ ਤੇ ਮੈਲ ਨਿਊਟ੍ਰੀਸ਼ਨ ਦਾ ਸਬਬ ਬਣ ਜਾਂਦੇ ਆ, ਯਾਨੀ ਕਮਜ਼ੋਰੀ ਆ ਜਾਂਦੀ ਆ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਮਜ਼ਦੂਰੀ ਦੇ ਨਾਲ ਗੁਜ਼ਾਰਨਾ ਪੈਂਦੀ ਆ ਜਾਂ ਫਿਰ ਕੰਮਕਾਰ ਕਰਕੇ ਆਪਣਾ ਰਿਜ਼ਕ ਹਾਸਲ ਕਰਨਾ ਪੈਂਦਾ ਵਾ। ਯਾਨੀ ਗੁਰਬਤ ਦਾ ਇੱਕ ਸਬਬ ਪਾਪੂਲੇਸ਼ਨ ਪਲੈਨਿੰਗ ਵੀ ਹੈਗਾ ਵਾ। ਦੂਸਰਾ ਇਹਦਾ ਫਾਇਦਾ ਇਹ ਹੋਊਗਾ ਕਿ ਆਪਾਂ ਇਹਨਾਂ ਨੂੰ ਗੁੱਡ ਗਰੋਥ ਦੇ ਦਾਂਗੇ, ਯਾਨੀ ਇਹਨਾਂ ਦੀ ਸਿਹਤ ਅੱਛੀ ਹੋਏਗੀ, ਆਪਾਂ ਸਭ ਦਾ ਖਿਆਲ ਰੱਖ ਸਕਾਂਗੇ। ਇਹਨਾਂ ਦੀ ਬੁਨਿਆਦੀ ਜ਼ਰੂਰੀਆਤ ਖਾਣ ਪੀਣ ਦੀ, ਸਿਹਤ ਦੀ, ਰਹਿਣ ਪਹਿਨ ਉੱਠਣ ਦੀ ਦੇ ਕੇ ਆਪਾਂ ਇਹਨਾਂ ਨੂੰ ਬਿਹਤਰੀਨ ਲਿਵਿੰਗ ਸਟੈਂਡਰਡ ਦੇ ਸਕਦੇ ਹਾਂ। ਨੰਬਰ 5, ਆਪਾਂ ਆਪਣੇ ਰਿਸੋਰਸਿਸ ਨੂੰ ਵੀ ਮੇਨਟੇਨ ਕਰ ਸਕਦੇ ਹਾਂ, ਯਾਨੀ ਉਹ ਤਮਾਮ ਰਿਸੋਰਸਿਸ ਜਿਹੜੇ ਕਿ ਇਹਨਾਂ ਨੂੰ ਚਾਹੀਦੇ ਆ ਸਾਰੀ ਜ਼ਿੰਦਗੀ ਇਸਤੇਮਾਲ ਕਰਨ ਲਈ ਤੇ ਸਰਕਾਰੀ ਤੌਰ ਤੇ ਵੀ ਆਪਾਂ ਉਹਨਾਂ ਨੂੰ ਮੇਨਟੇਨ ਕਰ ਸਕਦੇ ਹਾਂ ਤੇ ਇਹਨਾਂ ਦੇ ਦਰਮਿਆਨ ਇੱਕ ਮਤਵਾਜ਼ਨ ਬੈਲੈਂਸ ਆ ਸਕਦਾ ਵਾ ਆਬਾਦੀ ਤੇ ਰਿਸੋਰਸਿਸ ਦੇ ਦਰਮਿਆਨ। ਨੰਬਰ 6, ਆਪਾਂ ਇਹਨਾਂ ਨੂੰ ਅੱਛਾ ਲਿਵਿੰਗ ਸਟੈਂਡਰਡ ਦੇ ਸਕਦੇ ਹਾਂ ਤੇ ਇਹਨਾਂ ਦੀ ਬੁਨਿਆਦੀ ਜ਼ਰੂਰੀਆਤ ਨੂੰ ਵੀ ਪੂਰਾ ਕਰ ਸਕਦੇ ਹਾਂ। ਇਹ ਸਭ ਤਦ ਹੀ ਮੁਮਕਿਨ ਆ ਅਗਰ ਆਪਾਂ ਪਾਪੂਲੇਸ਼ਨ ਪਲੈਨਿੰਗ ਤੇ ਅਮਲ ਕਰੀਏ ਤੇ ਆਪਣੇ ਬੱਚਿਆਂ ਦੀ ਤਾਦਾਦ ਆਪਣੀ ਆਮਦਨੀ ਦੇ ਮੁਤਾਬਕ ਐਡਜਸਟ ਕਰੀਏ ਤਾਂ ਕਿ ਆਪਾਂ ਉਹਨਾਂ ਨੂੰ ਬੁਨਿਆਦੀ ਜ਼ਰੂਰੀਆਤ ਫਰਾਹਮ ਕਰ ਸਕੀਏ। ਹੁਣ ਆਪਾਂ ਇਹ ਜਾਣਾਂਗੇ ਕਿ ਆਪਾਂ ਆਬਾਦੀ ਤੇ ਕਿੱਦਾਂ ਕੰਟਰੋਲ ਕਰ ਸਕਦੇ ਹਾਂ, ਉਹਦੇ ਲਈ ਆਪਾਂ ਕਿਹੜੇ ਕਿਹੜੇ ਟੂਲ ਇਸਤੇਮਾਲ ਕਰ ਸਕਦੇ ਹਾਂ ਜਿਹਦੀ ਵਜ੍ਹਾ ਤੋਂ ਆਪਾਂ ਆਪਣੀ ਆਬਾਦੀ ਤੇ ਕੰਟਰੋਲ ਕਰ ਲਈਏ ਤੇ ਗੌਰਮੈਂਟ ਨੂੰ ਉਹਦੇ ਤੇ ਵੀ ਪਾਲਿਸੀ ਬਣਾਉਣ ਦੀ ਜ਼ਰੂਰਤ ਆ ਤਾਂ ਕਿ ਉਹ ਅਵਾਮੀ ਲੋਕ ਆਪਣੀ ਆਮਦਨੀ ਦੇ ਮੁਤਾਬਕ ਆਪਣੀ ਆਬਾਦੀ ਨੂੰ ਐਡਜਸਟ ਕਰਨ ਤੇ ਜ਼ਿਆਦਾ ਬੱਚਿਆਂ ਤੇ ਟੈਕਸ ਜਾਂ ਘੱਟ ਬੱਚਿਆਂ ਤੇ ਇਨਾਮ ਦੇ ਕੇ ਵੀ ਆਪਾਂ ਇਹਨਾਂ ਨੂੰ ਇਨਕਰੇਜ ਕਰ ਸਕਦੇ ਹਾਂ। ਹੁਣ ਆਪਾਂ ਆਬਾਦੀ ਤੇ ਕੰਟਰੋਲ ਕਰਨ ਲਈ ਜਿਹੜੇ ਬੈਰੀਅਰ ਇਸਤੇਮਾਲ ਕੀਤੇ ਜਾਂਦੇ ਆ ਉਹਨਾਂ ਨੂੰ ਸਟੱਡੀ ਕਰਦੇ ਆ। ਉਹ ਬੈਰੀਅਰ ਮੇਲ ਕੰਡਮ ਦੀ ਸੂਰਤ 'ਚ ਵੀ ਹੋ ਸਕਦੇ ਨੇ ਤੇ ਫੀਮੇਲ ਕੰਡਮ ਦੀ ਸੂਰਤ 'ਚ ਵੀ
ਹੋ ਸਕਦੇ ਨੇ ਤੇ ਡਾਇਆਫਰਾਮ ਦੀ ਸੂਰਤ 'ਚ ਵੀ ਹੋ ਫ੍ਰੀ ਫਰਾਹਮ ਕਰਕੇ ਆਪਣੀ ਆਬਾਦੀ ਨੂੰ ਮੈਨੇਜ ਕਰ ਸਕਦੇ ਆ ਤੇ ਉਹਨਾਂ ਨੂੰ ਐਜੂਕੇਟ ਵੀ ਕਰ ਸਕਦੇ ਆ, ਜਿਹਦੀ ਵਜ੍ਹਾ ਤੋਂ ਉਹ ਆਪਣੀ ਆਬਾਦੀ ਤੇ ਕੰਟਰੋਲ ਕਰਕੇ ਪਾਕਿਸਤਾਨ ਤੇ ਬਲਕਿ ਪੂਰੀ ਦੁਨੀਆ ਲਈ ਇੱਕ ਬਿਹਤਰੀਨ ਮਿਸਾਲ ਬਣ ਸਕਦੇ ਆ। ਇਹਨਾਂ ਸਾਰਿਆਂ ਦਾ ਇਸਤੇਮਾਲ ਇੰਤਹਾਈ ਆਸਾਨ ਆ ਤੇ ਇਹਨੂੰ ਕੋਈ ਵੀ ਅਨਪੜ੍ਹ ਜਾਂ ਪੜ੍ਹਿਆ ਲਿਖਿਆ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਵਾ, ਕਿਉਂਕਿ ਇਹਨਾਂ ਦੇ ਇਸਤੇਮਾਲ ਲਈ ਕੋਈ ਤੁਹਾਨੂੰ ਪ੍ਰੋਪਰ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਲੇਕਿਨ ਲੋਕ ਕਮ ਪੈਸੇ ਜਾਂ ਘੱਟ ਧਿਆਨ ਦੀ ਵਜ੍ਹਾ ਤੋਂ ਇਹਨਾਂ ਨੂੰ ਇਸਤੇਮਾਲ ਕਰਨ ਤੋਂ ਕਤਰਾਉਂਦੇ ਆ, ਜਿਹਦੀ ਵਜ੍ਹਾ ਤੋਂ ਪਾਪੂਲੇਸ਼ਨ ਵਿੱਚ ਇਜ਼ਾਫਾ ਹੋ ਰਿਹਾ ਵਾ। ਪਾਕਿਸਤਾਨ ਦੀ ਗੌਰਮੈਂਟ ਨੂੰ ਵੀ ਕੋਈ ਪਾਲਿਸੀ ਬਣਾ ਕੇ ਇਹਦੇ ਤੇ ਵੱਧ ਚੜ੍ਹ ਕੇ ਕੰਮ ਕਰਨ ਦੀ ਜ਼ਰੂਰਤ ਆ, ਤਾਂ ਕਿ ਆਪਾਂ ਆਬਾਦੀ ਨੂੰ ਆਪਣੇ ਰਿਸੋਰਸਿਸ ਦੇ ਨਾਲ ਬਰਾਬਰ ਕਰ ਸਕੀਏ ਤੇ ਪਾਕਿਸਤਾਨ ਨੂੰ ਇੱਕ ਖੁਸ਼ਹਾਲ ਮੁਲਕ ਬਣਾਉਣ 'ਚ ਆਪਣਾ ਹੱਥ ਵਧਾ ਸਕੀਏ। ਅਗਰ ਤੁਸੀਂ CSS 2016 ਤੋਂ 2022 ਤੱਕ ਦੀ तमाम ਪਾਸ ਪੇਪਰ ਦੇਖਣਾ ਚਾਹੁੰਦੇ ਆ ਤੇ ਤੁਸੀਂ ਸਕੋਲਰ ਅਕੈਡਮੀ ਨੂੰ ਵਿਜ਼ਿਟ ਕਰੋ, ਉੱਥੋਂ ਤੁਹਾਨੂੰ ਸਾਰੇ ਪਾਸ ਪੇਪਰ ਮਿਲ ਜਾਊਗੇ। अगर आप किसी भी मुकाबला जाती इम्तिहान CSS, PMS, PPSC के लिए परेशान हैं तो परेशानी छोड़िए और स्कॉलर अकेडमी को सब्सक्राइब कीजिए और मुस्तकबिल को बेहतर बनाइए।